फाइनली मीह रुक गया वा ते तैयारियां 9 जिन्हियां च सिर्फ 3 जिन्ने रह गए आ ते बाकी तुहानू निकलन लगे आ आपां लेह लद्दाख जलंधर टू लेह लद्दाख ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਵਧੀਆ ਲੋਕੇਸ਼ਨ ਆ ਤੇ 100cc ਬਾਈਕ ਤੇ ਚੱਲਣਾ ਆਪਣਾ ਸਪਲੈਂਡਰ ਸਪਲੈਂਡਰ ਦੇਖੋ ਸਭ ਤੋਂ ਵੱਡੀ ਚੀਜ਼ ਇਹ ਵਧੀਆ ਬਹੁਤ ਬਾਈਕ ਸਾਡਾ R3 ਡੋਮਿਨੋ ਤੇ ਸਪਲੈਂਡਰ आहो आहो जाएंगे जाएंगे। सत श्री अकाल जी, गिल ब्रांड व्लॉग्स के नए व्लॉग में आपका स्वागत है। आज हम जालंधर से कश्मीर की जन्नत श्रीनगर की ओर अपने सफर की शुरुआत कर रहे हैं। कहते हैं जहां सड़कें खत्म होती हैं वहीं यादें बननी शुरू होती हैं, और आज का सफर भी कुछ ऐसा ही होने वाला है। जालंधर से जम्मू सुबह का समय, ठंडी हवा और सफर का उत्साह, इस एहसास को सिर्फ एक ट्रैवलर ही समझ सकता है। घर से बाहर निकला हर कदम एक नई कहानी लिखता है। ਸੋ ਫਾਈਨਲੀ ਸਾਡਾ ਜਾਂਦੇ ਜਾਂਦੇ ਥੋੜਾ ਮੂਡ ਆਫ ਹੋ ਗਿਆ, ਇਹਦਾ ਚਾਰਜਰ ਖਰਾਬ ਹੋ ਗਿਆ। ਖੋਸਲਾ ਸਾਹਿਬ ਸਾਡੇ ਪਰੇਸ਼ਾਨ ਮਨ ਦੇ ਨਾਲ ਕਹਿ ਰਹੇ ਸੀਗੇ ਕਿ ਕੀ ਕਰਾਂਗੇ ਹੁਣ। ਖਰਾਬ ਹੋ ਗਿਆ ਹੁਣ ਚਾਰਜਰ ਅਸੀਂ ਪਾ ਕੇ ਨਿਕਲਣ ਲੱਗੇ ਆ ਜੀ। ਬਾਕੀ ਮਾਲਕ ਹੱਥ। ਲਦਾਖ ਦਾ ਪਲਾਨ ਬਹੁਤ ਖਤਰਨਾਕ ਨਿਕਲ ਰਿਹਾ ਸਾਡਾ। ਉਹ ਖਤਰਨਾਕ ਇਹ ਦੇਖੋ ਕੀ ਹੁੰਦਾ ਬੜੀ ਪਹਿਲਾਂ ਸਾਰੀ ਰਾਤ ਹੱਸ ਹੱਸ ਕੇ ਕੱਢ ਲਈ ਜਾਣਾ ਕਿ ਨਹੀਂ ਜਾਣਾ। 9 ਬੰਦੇ ਅੱਜ ਸਿਰਫ 3 ਰਹਿ ਗਏ ਤੇ ਫੇਰ ਪੰਗੇ ਤੇ ਪੰਗਾ। ਹਨੂਰ ਭਾਈ ਦੀ ਗਰੇਡ ਘਰਾਂ ਨੂੰ ਕੋਈ ਨਹੀਂ, ਸ਼੍ਰੀਨਗਰ ਤੱਕ ਤੇ ਪਹੁੰਚੀਏ, ਲਦਾਖ ਵੀ ਪਹੁੰਚ ਜਾਾਂਗੇ। ਸੋ ਬਾਕੀ ਆ ਖੜੇ ਆ ਜੀ ਘੋੜੇ। ਜਲਦੀ ਹੀ ਯਾਮਾ ਸ਼ੋਰੂਮ ਮਿਲ ਗਿਆ ਸੀ ਰਸਤੇ 'ਚ, ਜਿੱਥੇ ਆਪਾਂ ਆਪਣੀ ਬਾਈਕ ਸੈੱਟ ਕਰਵਾ ਕੇ ਹੁਣ ਨਿਕਲਣ ਲੱਗੇ ਆ ਜੀ। ਸ਼ਾਇਦ ਆਪਾਂ ਜਾਂ ਸਿੱਧਾ ਸ਼੍ਰੀਨਗਰ ਲਗਾ ਦਈਏ ਨਹੀਂ ਤੇ ਜੰਮੂ ਦੇ ਪੱਕਾ ਹੀ ਆ। ਚਲੋ ਇਹ ਜੰਮੂ ਟਾਈਮ ਨਾਲ ਪਹੁੰਚ ਕੇ ਫੇਰ ਹੀ ਆ। ਫੈਸਿਲਿਟੀਆਂ ਦੇਖੋ ਕਿੰਨੀਆਂ, ਨਾਲ ਡਿਸਪਲੇ ਵੀ ਲਵਾ ਕੇ ਆਏ ਆ ਜਲੰਧਰ ਤੋਂ ही। अब हम जम्मू की ओर बढ़ रहे हैं और रास्ते के खूबसूरत नज़ारे दिल जीत रहे हैं। जम्मू की पहाड़ियों में प्रवेश जैसे ही मैदानों को छोड़कर पहाड़ों का सफर शुरू होता है। ऐसा लगता है मानो प्रकृति अपनी असली खूबसूरती दिखा रही हो। तो ये ਆਪਾਂ ਜੰਮੂ ਰੁਕੇ ਆ ਜੀ ਚਾਹ ਸ਼ਾਹ ਪੀਣ ਲਈ। ਹਾਂਜੀ ਖੋਸਲਾ ਸਾਹਿਬ ਥੋੜੀ ਨੇਰ ਲੱਗ ਗਈ ਸੀ। ਚਲੋ ਬਾਈਕ ਚੱਲਦਾ ਇੰਨਾ ਕਦਾ ਚੱਲਦਾ ਰਹਿੰਦਾ ਤੇ ਹੁਣ ਆਪਾਂ ਤੁਹਾਨੂੰ ਬਹੁਤ ਵਧੀਆ ਅੱਗੇ ਲੋਕੇਸ਼ਨ ਦਿਖਾਉਣ ਲੱਗੇ। ਤੇ ਤੇ ਤੁਰੇ ਪਏ ਮੀਂਹ ਚ, ਆਹ ਮਜ਼ਾ ਆ ਗਿਆ। ਘੈਂਟ ਜਾ ਹਾਂ ਗਾਇਸ ਪਠਾਨਕੋਟ ਚ ਜਾ ਤੇ ਜੰਮੂ ਦੇ ਰਾਜਮਾ ਚੌਲ। ਹਾਂ ਐਂਡ ਕਰਾਣੀ ਐਂਡ। पहाड़ों की खामोशी भी कई बार शहर के शोर से ज्यादा बातें करती है। टनल सीन देखिए जी, कश्मीर की मशहूर सुरंगें, एक तरफ अंधेरा और दूसरी तरफ रोशनी, बिल्कुल जिंदगी की तरह। मुश्किलों की सुरंग पार करो, मंजिल जरूर मिलेगी। ਆਪਾਂ ਪਹੁੰਚ ਗਏ ਆ ਜੀ ਜੰਮੂ ਕਸ਼ਮੀਰ। ਦੇਖੋ ਬਹੁਤ ਵਧੀਆ ਕਲੀਨ ਰੋਡ ਆ, ਕੋਈ ਦਿੱਕਤ ਪਰੇਸ਼ਾਨੀ ਨਹੀਂ, ਨਾ ਕੋਈ ਪੈਟਰੋਲ ਦੀ ਸਮੱਸਿਆ ਵਾ ਬਹੁਤ ਵਧੀਆ ਰੋਡ ਆ ਯਾਰ। ਤੇ ਬਾਕੀ ਨਾ ਪੈਟਰੋਲ ਦੀ ਦਿੱਕਤ ਆ ਨਾ ਡੀਜ਼ਲ ਦੀ ਦਿੱਕਤ ਆ। ਤੁਸੀਂ ਬੇਫਿਕਰ ਹੋ ਕੇ ਆ ਸਕਦੇ ਆ। ਤੇ ਬਾਕੀ ਜਿਹੜੇ ਝੂਠੀਆਂ ਵੀਡੀਓ ਪਾਉਂਦੇ ਉਹਨਾਂ ਦੇ ਪਤਾ ਵਿਸ਼ਵਾਸ ਨਾ ਕਰਿਆ ਕਰੋ। ਸਾਡੀਆਂ ਵੀਡੀਓ ਦੇਖਿਆ ਹੁਣ ਆਪਣੇ ਇੱਥੇ ਵਲੌਗ ਆਉਂਦੇ ਆ ਬੈਕ ਟੂ ਬੈਕ ਪਾਰਟ 2 ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਮਿਲਾਂਗੇ ਜੀ ਹੁਣ ਵਧੀਆ ਵਧੀਆ ਲੋਕੇਸ਼ਨਾਂ ਤੇ। ਘੈਂਟ ਲੋਕੇਸ਼ਨਾਂ ਦੇ ਵਿੱਚ ਚੈਨਲ ਨੂੰ ਜੋੜਾ ਸੰਜੂ ਖੋਸਲਾ ਵਲੌਗ ਲਈ ਸਬਸਕ੍ਰਾਈਬ ਕਰ ਦਿਓ ਯਾਰ। 100cc ਬਾਈਕ ਤੇ ਜਾ ਰਹੇ ਸਪਲੈਂਡਰ ਤੇ ਯਾਰ ਥੋੜੀ ਸਪੋਰਟ ਕਰ ਦਿਓ ਬਸ। श्रीनगर रोड हर मोड़ पर एक नया नजारा, हर किलोमीटर पर एक नया एहसास। ਆਪਾਂ ਰੁਕੇ ਆ ਕੁਝ ਖਾਣ ਪੀਣ ਲਈ ਤੇ ਕਸ਼ਮੀਰ ਰੋਡ ਤੇ ਕਸ਼ਮੀਰ ਰੋਡ ਤੇ, ਕਿਉਂਕਿ ਪਿਛਲੀ ਵਾਰੀ ਅਸੀਂ ਗਏ ਸੀ ਮਨਾਲੀ ਵੱਲੋਂ, ਤਾਂ ਇਸ ਵਾਰੀ ਆਪਾਂ ਜਾ ਰਹੇ ਹਾਂ ਸ਼੍ਰੀਨਗਰ ਵੱਲੋਂ। ਸਭ ਤੋਂ ਬੈਟਰ ਰੋਡ ਕਿਹੜਾ ਲੱਗਾ ਤੁਹਾਨੂੰ? ਆਈ ਸ਼੍ਰੀਨਗਰ ਵਾਲਾ ਹੀ ਆ ਯਾਰ, ਬਹੁਤ ਸੋਹਣਾ ਰੋਡ ਆ। ਸਾਡੇ ਹਰਨੂਰ ਭਾਈ ਤੇ ਫਸਟ ਟਾਈਮ ਆ ਰਹੇ ਆ ਤੇ ਬਹੁਤ ਸ਼ਾਨਦਾਰ ਰੋਡ ਹੈ। ਹਾਂ ਰੋਡ ਮੱਖਣ ਮਲਾਈ ਆ। ਲਓ ਜੀ ਲਓ, ਤੁਹਾਨੂੰ ਨਾਲੇ ਆਪਾਂ ਖਵਾਨੇ ਪਲਾਨੇ ਆ। ਦੇਖੋ ਜੰਮੂ ਕਸ਼ਮੀਰ ਦੇ ਸਮੋਸੇ, ਪਕੌੜੇ ਤੇ ਬ੍ਰੈਡ ਪੀਸ। ਹੁਣ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦਿਖਾਣੀਆਂ ਵਾ ਤੇ ਵਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ। ਉਹ ਲਾਲ ਵਾਲਾ ਬਟਨ ਉਹ ਨੱਪ ਦਿਓ ਜਾ ਕੇ ਸਬਸਕ੍ਰਾਈਬ
ਸ਼ੇਅਰ। ਚਲੋ ਮਿਲਦੇ ਆ ਹੁਣ ਖਾ ਪੀ ਕੇ। ਤੇ ਮੈਂ ਕਹਿਣਾ ਚਾਹੁੰਦਾ ਵਾਂ ਸਪੋਰਟ ਕਰੋ ਚੈਨਲ ਨੂੰ ਯਾਰ, ਥੋੜਾ ਜਿਹਾ ਤਾਂ ਕਰ ਦਿਓ। ਹੋਰ Do you hear? ਆਪਾਂ ਰੁਕੇ ਆ ਜੀ ਜੰਮੂ ਦੇ ਰਸਤੇ 'ਚ, ਕਿਉਂਕਿ ਥੋੜਾ ਮੈਡੀਸਨ ਵੀ ਜ਼ਰੂਰੀ ਆ। ਮੈਡੀਸਨ 'ਚ ਕੀ ਲਵਾਂਗੇ ਆਪਾਂ? ਇਲੈਕਟਰਾ ਪਾਊਚ ਹੋ ਗਿਆ, ORS ਹੋ ਗਿਆ ਤੇ ਨਾਲ ਡਾਈਮੌਕਸ ਦੀਆਂ ਗੋਲੀਆਂ। ਠੀਕ ਆ, ਇਹ ਤੁਸੀਂ ਨੋਟ ਕਰ ਲਓ। ਤੁਹਾਨੂੰ ਜਲੰਧਰੋਂ ਲੈਣ ਦੀ ਲੋੜ ਨਹੀਂ, ਤੁਹਾਨੂੰ ਇੱਥੇ ਹੀ ਸਭ ਕੁਝ ਮਿਲ ਜਾਂਦਾ ਵਾ। ਠੀਕ ਆ, ਤੇ ਬਾਕੀ ਬਹੁਤ ਸੋਹਣਾ ਵਿਊਜ਼ ਆ। ਸਿਲਕੀ ਯਾਰ ਹਮਾਰੀ ਗੱਲ ਕੋ ਮੈਡੀਕਲ ਦੇਖੋ ਇੱਥੇ ਖੁੱਲਿਆ, ਮੈਡੀਕਲ ਕੀ ਇੱਥੇ ਆਣ ਕੇ ਦਵਾਈਆਂ ਲਓ। ਆ ਦੇਖ ਲਓ ਜੀ ਇਲੈਕਟ੍ਰਿਕ ਪਾਊਚ। Do you hear? ਜਿਹੜੀਆਂ ਆਕਸੀਜਨ ਵਾਲੀਆਂ ਗੋਲੀਆਂ ਨਾ, ਆਹ ਵੀ ਸਹੀ ਹੁੰਦੀਆਂ ਵਾ, ਉਦਾਂ ਤਾਂ ਲੋੜ ਨਹੀਂ ਪੈਂਦੀ ਆ, ਪਰ ਫਿਰ ਵੀ ਤੁਹਾਨੂੰ ਪਤਾ ਹਾਈਟ ਤੇ ਸ਼੍ਰੀਨਗਰ ਤੋਂ ਬਾਅਦ ਜਾ ਕੇ ਟੌਪ ਤੇ ਜਦੋਂ ਆਪਾਂ ਜਾਣਾ ਵਾ ਜੀ, ਉੱਥੇ ਆਪਾਂ ਨੂੰ ਲੋੜ ਪੈਂਦੀ ਆ। ਤੇ ਤੁਸੀਂ ਇਹ ਜ਼ਰੂਰ ਧਿਆਨ ਰੱਖਿਆ ਕਰੋ। ਆਪਣੀ ਸਿਹਤ ਵੀ ਜ਼ਰੂਰੀ ਆ, ਸਿਹਤ ਜ਼ਰੂਰੀ ਆ ਤੇ ਬਾਈਕ ਵੀ ਜ਼ਰੂਰੀ ਆ। और आखिरकार Do you hear? हम पहुंच गए हैं जम्मू, मंदिरों की नगरी, खूबसूरत पहाड़ों का प्रवेश द्वार और कश्मीर जाने वालों का पहला पड़ाव। कश्मीर को तस्वीरों में देखना और बात है, लेकिन अपनी आंखों से देखना किसी सपने के सच होने जैसा है। डल लेक आगमन आखिरकार, जी हम श्रीनगर पहुंच गए हैं। डल लेक का ये खूबसूरत नजारा देखकर दिल कहता है Do you hear? रब ने फुर्सत से बनाई होगी ये जन्नत। पानी में पहाड़ों की परछाई और शिकारे की शांत चाल, बस दिल खुश हो गया। गिलब्रांड व्लॉग्स। Do you hear? सफर खूबसूरत हो तो मंजिल खुद यादगार बन जाती है। ਫਾਈਨਲੀ ਅਸੀਂ ਲੇਕ ਪਹੁੰਚ ਗਏ ਆ, ਜਿਹੜਾ ਬਹੁਤ ਫੇਮਸ ਸ਼੍ਰੀਨਗਰ ਦਾ ਹੈਗਾ। ਦੇਖੋ ਵਿਊਜ਼ ਕਿੰਨਾ ਵਧੀਆ ਇੱਥੇ ਦਾ। ਬਾਕੀ ਖੋਸਲਾ ਸਾਹਿਬ ਵੀ ਦੱਸੋਗੇ ਤੁਹਾਨੂੰ। ਕਾਫੀ ਵਧੀਆ ਜਰਨੀ ਰਹੀ। 550 ਕਿਲੋਮੀਟਰ ਕ੍ਰੋਸ ਕਰ ਗਏ ਆਪਾਂ, ਕਿਉਂਕਿ ਕਾਫੀ ਘੁੰਮੇ ਵੀ ਆ ਆਪਾਂ। ਉਹ ਤਕਰੀਬਨ 480 ਕਿਲੋਮੀਟਰ ਲੇਕ ਹੈਗਾ ਜਲੰਧਰ ਤੋਂ। ਬਾਕੀ ਵਿਊ ਦੇਖੋ ਕਿੰਨਾ ਖੂਬਸੂਰਤ ਆ, ਮਗਰ 3500 ਰੁਪਏ ਤੋਂ ਘੱਟ ਕੋਈ ਰੇਟ ਨਹੀਂ ਇੱਥੇ ਲੈ ਰਿਹਾ, ਇੰਨਾ ਰੇਟ ਕਿਉਂਕਿ 3500 ਮੰਗਦੇ ਆ, ਬਾਕੀ ਬਾਰਗੇਨਿੰਗ ਕਰਕੇ। ਬਾਕੀ ਤੁਸੀਂ ਇੱਕ ਵਾਰੀ ਵਿਊ ਦੇਖੋ, ਵਿਊਜ਼ ਬਹੁਤ ਵਧੀਆ ਇੱਥੇ ਦਾ ਹੈਗਾ। 8-9 ਪੁਆਇੰਟ ਕਹਿੰਦੇ ਆ ਤਾਂ ਸਾਨੂੰ ਦਿਖਾਉਣ ਵਾਸਤੇ, ਮਗਰ ਬਾਕੀ ਦੇਖ ਲਓ। ਪਹਿਲਾਂ ਇੱਕ ਵਾਰੀ ਆਹ ਵਿਊ ਦੇਖੋ, ਇਹੀ ਵਿਊ ਦੇਖ ਕੇ ਆਪਣੇ ਪੈਸੇ ਪੂਰੇ ਹੋ ਗਏ। ਤੇ ਇਸ ਤੋਂ ਬਾਅਦ ਦੀ ਜਰਨੀ ਰਹੂਗੀ ਜੀ ਆਪਣੀ ਲੇਹ ਲਦਾਖ ਦੀ। ਸੋ ਲੇਹ ਲਦਾਖ ਤੋਂ ਪਹਿਲਾਂ ਆਪਾਂ ਰੁਕਾਂਗੇ ਕਾਰਗਿਲ, ਕਿਉਂਕਿ ਲੰਬਾ ਟੂਰ ਹੈਗਾ। 480 ਕਿਲੋਮੀਟਰ ਰਹਿ ਗਿਆ ਨਾ ਲੇਹ ਲਦਾਖ। ਖੋਸਲਾ ਸਾਹਿਬ ਕੁਝ ਬੋਲਦੇ ਨਹੀਂ ਪਏ ਆ। ਨਹੀਂ ਬੋਲੋ ਭਰਾ, ਮੈਂ ਸੁਣ ਰਿਹਾ। ਸੋ ਹੁਣ ਆਪਣਾ ਅਗਲਾ ਰਹੂਗਾ ਜੀ ਲੇਹ ਲਦਾਖ ਦਾ। ਬਹੁਤ ਸੋਹਣਾ ਵਲੌਗ ਬਣੂਗਾ। ਬੈਕ ਟੂ ਬੈਕ ਵੀਡੀਓ ਦੇਖਣ ਲਈ ਹਮੇਸ਼ਾ ਜੁੜੇ ਰਹੋ ਗਿਲ ਬ੍ਰਾਂਡਸ। Do you hear? ਹਾਂਜੀ, ਗੁੱਡ ਮਾਰਨਿੰਗ ਜੀ। ਉੱਠ ਗਏ ਆ। ਗੁੱਡ ਮਾਰਨਿੰਗ ਬਈ ਸਾਰਿਆਂ ਨੂੰ। ਸਭ ਤੋਂ ਪਹਿਲਾਂ ਹਰਨੂਰ ਭਾਈ ਨੂੰ ਹੈਪੀ ਬਰਥਡੇ। ਥੈਂਕ ਯੂ ਜੀ। ਅੱਜ ਕਟਾਵਾਂਗੇ ਭਾਈ ਦਾ ਬਰਥਡੇ ਆਇਆ ਵਾ ਲੇਹ ਲਦਾਖ ਦੇ ਵਿੱਚ ਜਾ ਕੇ। ਵਾਹ ਜੀ ਵਾਹ, ਇੰਨੀ ਸ਼੍ਰੀਨਗਰ ਸੋਹਣੀ ਸੋਹਣੀ ਜੰਨਤ ਚ ਬਰਥਡੇ ਆਇਆ ਇਹਨਾਂ ਦਾ। ਇਹਨਾਂ ਦਾ ਬਰਥਡੇ ਕਰਕੇ ਤੇ ਆਪਾਂ ਲਦਾਖ ਦਾ ਟੂਰ ਬਣਾਇਆ ਸੀ ਸਪੈਸ਼ਲ। ਤੇ ਲੇਹ ਜਾ ਕੇ ਪਾਰਟੀ ਕਰਨੀ ਆਪਾਂ। ਬਾਕੀ ਆਹ ਦੇਖ ਲਓ ਜੀ ਹੋਟਲ ਦਾ ਵਿਊਜ਼। ਵਧੀਆ ਹੋਟਲ ਮਿਲ ਜਾਂਦੇ ਆ, ਬਜਟ ਫ੍ਰੈਂਡਲੀ। ਕਿੰਨਾ ਬਜਟ ਆ ਹੋਟਲ ਦਾ? Do you hear? 1200 ਰੁਪਇਆ। 1200 ਰੁਪਇਆ ਸ਼੍ਰੀਨਗਰ ਦਾ। ਸੋ ਮਿਲਾਂਗੇ ਜੀ ਅੱਗੇ ਤੁਹਾਨੂੰ ਲਦਾਖ ਜਾ ਕੇ। ਬਾਏ ਬਾਏ। ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਹਾਂ, ਬਾਏ ਬਾਏ ਨਹੀਂ ਆ, ਅੱਗੇ ਤੱਕ ਦੇਖਿਓ। Do you hear? ਲੋ ਜੀ, ਕਸ਼ਮੀਰ ਤੋਂ ਨਿਕਲਣ ਲੱਗੇ ਆਪਾਂ ਕਾਰਗਿਲ ਵਾਸਤੇ। ਬਾਈਕ ਰੈਡੀ ਆ ਸਾਰੇ। ਖੋਸਲਾ ਸਾਹਿਬ ਵੀ ਰੈਡੀ ਆ। ਫੁੱਲ ਰੈਡੀ, ਫੁੱਲ। ਹਾਂ, ਆਪਣਾ ਜਿੱਥੇ ਆਪਾਂ ਗੈਸਟ ਹਾਊਸ ਰੁਕੇ ਸੀਗੇ, ਠੀਕ ਆ। ਤੇ ਆ ਭਾਜੀ ਆ ਨਾਲ, ਠੀਕ ਆ। ਇੰਸਟਾ ਤੇ ਰੀਲ ਵੀ ਪਾ ਦਿੱਤੀ ਇਹਨਾਂ ਦੀ, ਜੇ ਕਿਸੇ ਨੇ ਬੁੱਕ ਕਰਨਾ ਆਨਲਾਈਨ ਕਰ ਸਕਦਾ। ਹੁਣ ਜਲਦੀ ਮਿਲਾਂਗੇ ਜੀ ਆਪਾਂ ਕਾਰਗਿਲ ਤੇ ਲੇ। आज हम निकल पड़े हैं कश्मीर की खूबसूरत वादियों से कारगिल की ओर। यह सिर्फ एक सफर नहीं, बल्कि रोमांच, इतिहास और प्रकृति का अद्भुत संगम है। तो चलिए शुरू करते हैं इस यादगार यात्रा को। श्रीनगर से रवाना, सुबह का खूबसूरत मौसम, ठंडी हवाएं और चारों ओर फैली कश्मीर की हसीन वादियां। आज हम श्रीनगर को अलविदा कहकर कारगिल की तरफ बढ़ रहे हैं। जितना आगे बढ़ रहे हैं, उतना ही प्रकृति का नया रूप देखने को मिल रहा है। सड़कें पहाड़ों को चीरती हुई आगे बढ़ रही हैं और हर मोड़ पर एक नया नजारा हमारा इंतजार कर रहा है। सोनमर्ग, Do you hear? धरती का स्वर्ग। ਅਸੀਂ ਪਹੁੰਚ ਗਏ ਜੀ ਸੋਨਮਾਰਗ। ਲੇ ਰਹਿ ਗਿਆ 346 ਕਿਲੋਮੀਟਰ।
ਬਾਕੀ ਵਿਊ ਦੇਖ ਲਓ ਕਿੰਨਾ ਇੱਥੇ ਦਾ ਬਿਊਟੀਫੁਲ ਮਿਲੂਗਾ ਤੁਹਾਨੂੰ। ਨੇਚਰ ਜਿਹੜਾ ਨਾ Do you hear? ਤੁਹਾਨੂੰ ਪਤਾ ਇੱਕ ਤੋਂ ਇੱਕ ਤੁਹਾਨੂੰ ਇੱਥੇ ਵਿਊ ਮਿਲਣਾ ਦੇਖਣ ਲਈ। ਤੇ ਬਾਕੀ ਮੇਰੇ ਚਾਰੇ ਪਾਸੇ ਦੇਖ ਲਓ ਕਿੰਨਾ ਸੋਹਣਾ ਗ੍ਰੀਨਰੀ ਵਾਲਾ ਵਿਊ ਆ। ਹਲੇ ਆਪਣਾ 346 ਕਿਲੋਮੀਟਰ ਦਾ ਪਿਆ ਵਾ ਲੇਹ ਲਦਾਖ। ਬਾਕੀ ਇੱਥੇ ਹਵਾ ਵਗੈਰਾ ਦੇਖੋ ਕਿੰਨੀ ਚੱਲ ਰਹੀ ਆ। ਔਸਮ ਲੋਕੇਸ਼ਨ ਆ, ਕਾਫੀ ਇੰਜੋਏ ਕਰ ਰਹੇ ਆ ਆਪਾਂ। ਸੋਨਮਾਰਗ ਦਾ ਵਿਊ, ਕਿਉਂਕਿ ਸੋਨਮਾਰਗ Do you hear? ਕਸ਼ਮੀਰ ਦਾ ਇੱਕ ਉਹ ਪੁਆਇੰਟ ਆ ਕਿ ਜਿਹੜਾ ਸਭ ਤੋਂ ਜ਼ਿਆਦਾ ਇੱਕ ਮਾਇਨੇ ਰੱਖਦਾ ਵਾ ਪੁਆਇੰਟ। ਬਹੁਤ ਸੋਹਣਾ ਪੁਆਇੰਟ ਆ ਇਹ। ਤੁਸੀਂ ਜਦੋਂ ਵੀ ਕਸ਼ਮੀਰ ਆਣਾ ਸਭ ਤੋਂ ਪਹਿਲਾਂ ਸੋਨਮਾਰਗ ਜ਼ਰੂਰ ਆਪਣਾ ਵਿਜ਼ਿਟ ਕਰਕੇ ਜਾਇਓ। ਸੋਨਮਾਰਗ ਤੁਸੀਂ ਸਾਰਾ ਘੁੰਮ ਕੇ ਜਾਇਓ। ਉਧਰ ਸਾਰੀ ਆਸੇ-ਪਾਸੇ ਮਾਰਕੀਟ ਆ ਸਾਰੀ, ਉੱਥੇ ਤੁਹਾਨੂੰ ਹੋਟਲ ਦੀ ਫੈਸਿਲਿਟੀਜ਼ ਵੀ ਮਿਲ ਜੂਗੀ। ਔਰ ਦੂਸਰੇ ਨੰਬਰ ਤੇ ਇਦਾਂ ਆ ਕਿ ਇੱਥੇ ਜਿਹੜੀ ਰਿਵਰ ਕ੍ਰੋਸਿੰਗ ਆ, ਤੋ ਉਹਦਾ ਮੈਂ ਕਹਿਣਾ ਚਾਹੁੰਦਾ ਵਾਂ ਕਿ ਜ਼ਿਆਦਾ ਰਿਵਰ ਕ੍ਰੋਸਿੰਗ ਦੇ ਲਾਗੇ ਨਾ ਜਾਇਓ, ਕਿਉਂਕਿ ਪਾਣੀ ਦਾ ਕਿਸੇ ਟਾਈਮ ਪਤਾ ਨਹੀਂ ਹੁੰਦਾ, ਬਹਾਵ ਤੇਜ਼ ਵੀ ਹੋ ਜਵੇ। ਤੇ ਇਸ ਕਰਕੇ ਥੋੜਾ ਆਪਣੀ ਸੇਫਟੀ ਦੇ ਨਾਲ ਚੱਲਣਾ ਆ। ਤੇ ਜਿਹੜੇ ਬਾਈਕ ਰਾਈਡਰਸ ਆ, ਬਾਈਕਾਂ ਤੇ ਆ ਰਹੇ ਆ, ਉਹ ਬਿਲਕੁਲ ਰਾਈਡਿੰਗ ਗੀਅਰਸ ਦੇ ਨਾਲ ਆਣ। ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਘੈਂਟ ਨਜ਼ਾਰਾ ਵਾ। ਤੇ ਹੁਣ ਆਪਾਂ ਜਾਵਾਂਗੇ, ਆਪਣੀ ਨੈਕਸਟ ਡੈਸਟੀਨੇਸ਼ਨ ਹੈਗੀ ਆ ਕਾਰਗਿਲ। ਤੇ ਕਾਰਗਿਲ ਸਟੇ ਕਰਾਂਗੇ। ਇੱਥੋਂ ਲੇਹ ਹੈਗਾ ਵਾ 346 ਕਿਲੋਮੀਟਰ। ਤੇ ਉੱਥੇ ਜਾ ਕੇ ਸਿੱਧਾ ਤੁਹਾਨੂੰ ਮਿਲਦੇ ਆ। ਤੇ ਬਾਕੀ ਹਵਾ ਬਹੁਤ ਸੋਹਣੀ ਚੱਲਦੀ ਪਈ। ਆਈ ਹੋਪ ਤੁਹਾਨੂੰ ਵਲੌਗ ਬਹੁਤ ਘੈਂਟ ਲੱਗਦੇ ਹੋਣਗੇ। और अब हम पहुंच चुके हैं सोनमर्ग। सोनमर्ग यानी सोने का मैदान। Do you hear? चारों तरफ हरे भरे मैदान, ऊंचे ऊंचे पहाड़ और दूर तक फैली बर्फ की चोटियां। ऐसा लगता है मानो प्रकृति ने अपनी सारी खूबसूरती यहीं बिखेर दी हो। यह जगह सच में किसी जन्नत से कम नहीं लगती। पहाड़ी रास्तों का रोमांच, सोनमर्ग से आगे का रास्ता और भी रोमांचक हो जाता है। एक तरफ विशाल पहाड़, दूसरी तरफ गहरी घाटियां। हर मोड़ पर दिल की धड़कनें बढ़ जाती हैं, लेकिन नज़ारे इतने खूबसूरत हैं कि नजरें हटाने का मन ही नहीं करता। यही तो असली रोड ट्रिप का मजा है। जोजिला पास। अब हम पहुंच चुके हैं जोजिला पास पर। करीब 11,500 फीट की ऊंचाई पर स्थित यह दर्रा भारत के सबसे रोमांचक रास्तों में से एक माना जाता है। यहां मौसम कब बदल जाए कोई नहीं जानता। एक तरफ बर्फ से ढके पहाड़, दूसरी तरफ गहरी खाइयां। यहां खड़े होकर एहसास होता है कि इंसान कितना छोटा है और प्रकृति कितनी विशाल। द्रास, ठंड का शहर जोजिला पार करने के बाद हम पहुंचते हैं द्रास। द्रास को दुनिया का दूसरा सबसे ठंडा आबाद इलाका कहा जाता है। सर्दियों में यहां तापमान -30 से 40 डिग्री तक पहुंच जाता है। इतनी कठिन परिस्थितियों में भी यहां के लोग और हमारे सैनिक डटे रहते हैं। ये बात अपने आप में प्रेरणा देती है। ਆਪਣਾ 700 ਕਿਲੋਮੀਟਰ ਕੰਪਲੀਟ ਹੋ ਗਿਆ ਜੀ। ਆਪਾਂ ਇਸ ਟਾਈਮ ਖੜੇ ਆ ਕਾਰਗਿਲ ਦੇ ਵਿੱਚ ਤੇ ਸਾਹਮਣੇ ਤੁਹਾਨੂੰ ਲੇਹ ਵਾਲੇ ਰੋਡ ਦਿਖੂਗੇ। ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਜੀ। ਇਹ ਸਾਰੇ ਲੇਹ ਵਾਲੇ ਰੋਡ ਆ। ਬਹੁਤ ਵਧੀਆ ਜਰਨੀ ਰਹੀ ਤੇ ਇੰਜੋਇਮੈਂਟ ਪ੍ਰੋਪਰ ਰਹੀ ਆ। ਬਾਕੀ ਇਸ ਪਲ ਦਾ ਤੁਹਾਨੂੰ ਵੀ ਆਪਾਂ ਇੰਜੋਏ ਕਰਾਉਂਦੇ ਰਵਾਂਗੇ, ਦਿਖਾਉਂਦੇ ਰਵਾਂਗੇ ਵੀਡੀਓਜ਼ ਦੇ ਵਿੱਚ। वीडियो ਨੂੰ सब्सक्राइब करो तो लास्ट तक जरूर देखो। आज हम शुरू कर रहे हैं अपने लद्दाख सफर का Do you एक और शानदार पड़ाव, कारगिल से लेह तक का सफर। कहते हैं कुछ रास्ते मंजिल तक पहुंचाने के लिए नहीं, बल्कि जिंदगी भर की यादें देने के लिए बने होते हैं। do you hear? और आज का सफर बिल्कुल ऐसा ही होने वाला है। कारगिल से आगे सुबह सुबह कारगिल की ठंडी वादियों से निकलकर हम लेह की ओर बढ़ रहे हैं। Do you hear? सड़कें अब और भी खूबसूरत होती जा रही हैं। ਲਦਾਖ ਰੋਡ ਤੇ ਰੁਕੇ ਸੀਗੇ। ਤੁਹਾਨੂੰ ਇੱਕ ਆਪਾਂ ਸਟੈਚੂ ਦਿਖਾਈਏ। Do you hear? चारों तरफ ऊंचे ऊंचे पहाड़, नीला आसमान और दूर दूर तक फैली वीरान लेकिन अद्भुत धरती। ऐसा लगता है जैसे हम किसी दूसरी दुनिया में आ गए हों। रास्ते के नज़ारे, लद्दाख का हर मोड़ एक नई कहानी सुनाता Do है। you hear? कहीं रंग बिरंगे पहाड़, कहीं बर्फ से ढकी चोटियां, तो कहीं शांत बहती सिंधु नदी हमारा साथ देती हुई दिखाई देती है। यहाँ का हर दृश्य Do you कैमरे में कैद करने लायक है, लेकिन इसकी असली खूबसूरती सिर्फ अपनी आंखों से महसूस की जा सकती है। गिल ब्रांड व्लॉग्स के सफर में आज हम पहुंच चुके हैं नमिकला टॉप पर। समुद्र तल से लगभग 12,200 फीट की ऊंचाई पर स्थित यह दर्रा लद्दाख के सबसे खूबसूरत पहाड़ी रास्तों में से एक है। चारों तरफ विशाल पहाड़, ठंडी हवाएं, ਟੌਪ ਤੇ ਰਹਿਣ ਵਾਲਾ ਜੀ 12,198 ਫੀਟ ਤੇ। ਇੱਥੇ ਥੋੜੀ ਆਕਸੀਜਨ ਦੀ ਪ੍ਰੋਬਲਮ ਹੋ ਰਹੀ ਆ
ਕਿਉਂਕਿ ਦੇਖੋ ਕਿੰਨਾ ਜ਼ਿਆਦਾ ਹਾਈਟ ਤੇ ਹੈ। ਬਹੁਤ ਹਾਈਐਸਟ ਪਾਸ ਆ ਗਾਇਸ। ਤੇ ਆਜੋ ਹੁਣ ਆਪਾਂ ਨੀਚੇ ਨਿਕਲ। ਵੈਸੇ ਮੇਨ ਗੱਲ ਇਹ ਆ ਕਿ ਸਾਡਾ ਸਪਲੈਂਡਰ ਇੱਥੇ ਤੱਕ ਆ ਚੁੱਕਾ, ਹਲੇ 12000 ਤੱਕ ਆ ਗਿਆ ਵਾ, ਅੱਗੇ ਤੱਕ ਹੋਰ ਲੈ ਕੇ ਜਾਣਾ। ਪਤਾ ਇਹਨੂੰ 12 1 ਲੱਖ ਤੇ ਮੈਂ ਤੇ ਬਹੁਤ ਵਧੀਆ ਇੰਜੋਏਬਲ ਟ੍ਰਿਪ ਰਿਹਾ ਜੀ ਸਾਡਾ। ਕਾਫੀ ਇੰਜੋਏ ਕੀਤਾ ਅਸੀਂ, ਕੋਈ ਸਾਨੂੰ ਇਦਾਂ ਦੀ ਟਰਬਲ ਦੀ ਆ ਕੋਈ ਡਾਊਨ ਕੋਈ ਦਿੱਕਤ ਨਹੀਂ ਆਈ ਆ, ਨਾ ਪੈਟਰੋਲ ਦੀ ਸਮੱਸਿਆ ਆਈ, ਨਾ ਕੁਝ। ਹਲੇ ਤੱਕ ਫਿਲਹਾਲ ਤਾਂ ਠੀਕ ਚੱਲ ਬਾਕੀ ਰਹੀ ਹੈ। ਵਿਊ ਦੇਖ ਦੇਖ ਕੇ ਨਾ ਸਾਨੂੰ ਵਿਊ ਦੇਖ ਦੇਖ ਕੇ ਸਾਡੇ ਆਕਸੀਜਨ ਦੀ ਥੋੜੀ ਦਿੱਕਤ ਸੀਗੀ, ਮਗਰ ਉਹ ਸਾਰੀ ਵਿਊ ਦੇਖ ਦੇਖ ਖਤਮ ਹੋ ਰਹੀ ਆ। ਖਤਮ ਹੋ ਰਹੀ ਆ। ਐਕਚੁਅਲੀ ਆਪਾਂ ਜਿੱਦਾਂ ਜਿੱਦਾਂ ਜ਼ਿਆਦਾ ਬੋਲੀ ਜਾਵਾਂਗੇ ਉਦਾਂ ਤਾਂ ਸਾਹ ਚੜੀ ਜਾਣੀ ਆ। ਬਾਕੀ ਥੋੜਾ ਡੀਪ ਸਾਹ ਵੀ ਲੈਣਾ ਪੈਣਾ ਹਾਂ, ਤੇ ਪਾਣੀ ਜ਼ਿਆਦਾ ਪੀਓ। ਹਾਂ ਆਜੋ ਹੁਣ ਆਪਾਂ ਨੀਚੇ ਚੱਲਦੇ ਆ ਹੌਲੀ ਹੌਲੀ, ਨਾਲ ਨਾਲ ਤੁਹਾਨੂੰ ਇੱਥੇ ਦਾ ਵਿਊ ਦਿਖਾਉਂਦੇ ਆ ਜੀ। ਆਜੋ ਆਜੋ। ਕੀ ਬਾਤ ਹੈ ਜੀ, ਕੀ ਬਾਤ ਹੈ। ਜੰਨਤ ਹੀ ਜੰਨਤ ਚਾਰੋਂ ਪਾਸੇ। ਬਾਕੀ ਤੁਹਾਨੂੰ ਇੱਥੇ ਚਾਰੇ ਪਾਸੇ ਜੰਨਤ ਦਿਖਣੀ ਆ, ਕਿਉਂਕਿ ਗਾਇਸ ਸਵਰਗ ਦੇਖਿਆ ਨਾ। ਡ੍ਰੀਮ ਰਾਈਡ ਆ ਸਾਰਿਆਂ ਦੀ ਲੇਹ ਲਦਾਖ। ਸਾਡੀ ਤਾਂ ਚਲੋ ਦੂਸਰੀ ਰਾਈਡ ਹੈਗੀ ਆ, ਸਾਡੀ ਸੈਕਿੰਡ ਰਾਈਡ ਆ ਲੇ ਦੀ। ਤੇ ਬਾਕੀ ਹਤਾਰ ਤੋਂ ਬਚ ਕੇ ਆਈਓ। ਧਿਆਨ ਨਾਲ ਆਇਓ, ਧਿਆਨ ਨਾਲ। ਤੇ ਕੈਮਰਾਮੈਨ ਵੀ ਸਾਡਾ ਧਿਆਨ ਨਾਲ ਆਵੇ। ਸਾਡੇ ਕੈਮਰਾਮੈਨ ਜੀ ਨੇ ਬਹੁਤ ਸਾਡਾ ਸਾਥ ਦਿੱਤਾ ਬਹੁਤ। ਸਾਡੇ ਵਿਊਜ਼ ਦੇਖਣ ਵਾਸਤੇ ਸਾਰੇ। ਆ ਜਿਹੜੇ ਕਿਉਂਕਿ ਤੁਹਾਨੂੰ ਹੁਣ ਆਪਾਂ ਵਿਊ ਦਿਖਾ ਰਹੇ, ਸਾਡੇ ਕੈਮਰਾਮੈਨ ਦੀ ਸਾਰੀ ਮਿਹਰਬਾਨੀ। ਜਿਹੜੇ ਸਾਡੇ ਕੈਮਰਾਮੈਨ ਆ ਹਰਨੂਰ ਸਿੰਘ ਰਾਈਡਰ ਤੇ ਨਾਲੇ ਦੂਜੀ ਗੱਲ ਇਹ ਆ, ਜਿਹੜਾ ਨਮਕੀਲਾ ਟੌਪ ਹੈਗਾ ਵਾ, ਉੱਥੇ ਵਾਸ਼ਰੂਮ ਦੀ ਵੀ ਸੁਵਿਧਾ ਦਿੱਤੀ ਹੋਈ ਆ। ਲੇਡੀਜ਼ ਅਲੱਗ ਆ, ਜੈਂਟਸ ਦੀ ਅਲੱਗ ਵਾ, ਠੀਕ ਆ। ਬਾਕੀ ਘਬਰਾਉਣ ਵਾਲੀ ਗੱਲ ਨਹੀਂ ਆ। R3 ਦੀ ਫਸਟ ਰਾਈਡ ਸੀਗੀ, ਮਜ਼ਾ ਆ ਗਿਆ। ਜ਼ੋਰ ਨੂੰ ਤੇ ਕੁਝ ਸਮਝਦਾ ਨਹੀਂ, ਕੋਈ ਪਹਾੜ ਨੂੰ ਕੁਝ ਨਹੀਂ ਸਮਝਦਾ। ਮੇਰਾ- ਉਹ ਪਾਵਰਫੁਲ ਮਸ਼ੀਨ ਆ ਨਾ। ਜਿਹੜਾ ਮੇਰਾ 100cc ਬਾਈਕ ਆ, ਉਹ ਤਾਂ ਤੁਸੀਂ ਪੁੱਛੇ ਕੁਝ ਨਾ, ਉਹ ਤਾਂ ਉੜਦਾ ਹੀ ਆ ਰਿਹਾ। ਬਾਕੀ ਇਹ ਕਲਾਇंट रुक रुक ਪੁੱਛਦੇ ਵੀ ਆ कि कहाँ से लिया है ये इंडोनेशिया से मंगवाया है। क्या है, बाहर से डिपोर्ट करवाया है। हमने स्प्लेंडर भी अमेरिका से लिया है। ਚਲੋ ਆਜੋ ਹੁਣ ਹੌਲੀ ਹੌਲੀ। चलो आयो जी आओ। ਸੋ ਹੁਣ ਮਿਲਾਂਗੇ ਜੀ ਲੇਹ ਲਦਾਖ ਵਾਲੇ ਰੋਡ ਤੇ। ਉਦਾਂ ਦੇ ਵੀ ਲੇਹ ਲਦਾਖ ਵਾਲਾ ਰੋਡ ਆ। ਤੁਸੀਂ ਨਮਕੀਲਾ ਟੌਪ ਦੇਖ ਲਿਆ ਵਾ, ਇਹ ਖੂਬ ਇੰਜੋਏ ਕੀਤਾ ਹੁਣ ਕਲਿੱਪ ਨੂੰ, ਤੇ ਹੁਣ ਤੁਹਾਨੂੰ ਅਗਲੇ ਕਲਿੱਪਾਂ 'ਚ ਮਿਲਦੇ ਆ। ਟੇਕ ਕੇਅਰ गाइस, ध्यान रखियो। और दूर दूर तक फैले अद्भुत नज़ारे। ऐसा लगता है जैसे प्रकृति ने यहाँ अपनी सबसे खूबसूरत तस्वीर बनाई हो। हर मोड़ पर बदलते रंगों वाले पहाड़ और ऊपर खुला नीला आसमान। यह नज़ारा शब्दों में बयां करना मुश्किल है। कुछ जगह सिर्फ देखी नहीं जाती, उन्हें महसूस किया जाता है। नमिकला टॉप उन्हीं जगहों में से एक है। यहाँ खड़े होकर एहसास होता है कि दुनिया कितनी विशाल है और हम कितने छोटे। अगर आप लेह लद्दाख की यात्रा पर हैं तो इस जगह को अपनी यादों में जरूर कैद करिए। मैं हूं आपका अपना गिलब्रांड व्लॉग्स। मिलते हैं अगले शानदार पड़ाव पर। जय हिंद। ਸੋ ਚੈੱਕ ਕਰੋ ਗਾਇਸ, ਹੁਣ ਥੋੜੀ ਲੋਕੇਸ਼ਨ ਤੇ ਰੁਕੇ ਆ। ਇੱਥੇ ਕੁਝ ਕੈਫੇ ਹੈਗਾ, ਕੁਝ ਖਾ ਪੀ ਲਈਏ ਤੇ ਨਾਲੇ ਮੂੰਹ ਹੱਥ ਧੋ ਲਈਏ। ਚੈੱਕ ਕਰੋ ਲੋਕੇਸ਼ਨ। ਹੁਣ ਆਪਣਾ ਸਫ਼ਰ ਮੈਕਸਿਮਮ ਲੇਹ ਦਾ ਰਹਿ ਗਿਆ ਹੋਣਾ ਵਾ ਕੋਈ 160 ਜਾਂ 170। भैया भाई यहाँ से ले कितना दूर है अब? 150 किलोमीटर है। सो गाइस फाइनली 150 किलोमीटर का सफर रह गया वा ਤੇ 150 ਕਿਲੋਮੀਟਰ ਬਾਅਦ ਜਾ ਕੇ ਰੁਕ ਜਾਵਾਂਗੇ। ਤੇ ਟਾਈਮ ਹੋ ਗਿਆ ਵਾ 11 ਵਜ ਗਏ ਆ ਤੇ ਮਾਰਨਿੰਗ ਆਪਾਂ ਹੋਟਲ ਤੋਂ ਨਿਕਲ ਪਏ ਸੀ 7:30 ਵਜੇ ਦੇ ਵਿੱਚ। ਤੇ ਕਾਹ ਚੀਜ਼ ਦੇਖੋ ਕਿੱਡੀ ਸੋਹਣੀ ਲਗਾਈ ਹੋਈ ਇਹਨਾਂ ਨੇ, ਰਾਈਡ ਪਾਰਕਿੰਗ ਐਂਡ ਹੈਲਮਟ ਜੈਕਟਸ। ਤੋਂ ਇੱਥੇ ਆਪਣੀਆਂ ਰਾਈਡਿੰਗ ਜੈਕਟਾਂ ਤੇ ਹੈਲਮਟ ਵਗੈਰਾ ਰੱਖ ਲਿਆ ਤੇ ਅੰਦਰ ਚਲੀਏ ਤਾਂ ਕੁਝ ਖਾਈਏ ਪੀਏ। ਤਾਂ ਮਿਲਦੇ ਆ ਤੁਹਾਨੂੰ ਅਗਲੇ ਸਫ਼ਰ ਨਾਲ। ਹੁਣ ਆਪਾਂ ਪਹੁੰਚ ਗਏ ਜੀ ਫੋਤੂਲਾ 13,479 ਫਿਟ ਉਚਾਈ ਦੇ ਉੱਪਰ। ਤੇ ਇੱਥੇ ਵੀ ਆਕਸੀਜਨ ਦੀ ਤੇ ਠੰਡ ਵੀ ਹੈਗੀ ਥੋੜੀ ਥੋੜੀ। ਬਾਕੀ ਵਿਊ ਦੇਖ ਲਓ ਇੱਥੇ, ਇਹ ਹੈਗਾ ਟੌਪ ਹਾਈਐਸਟ। ਇਸ ਤੋਂ ਅੱਗੇ ਵੀ ਆਣੇ ਆ ਟੌਪ ਹਾਈਐਸਟ। ਤੇ ਬਾਕੀ ਖੋਸਲਾ ਸਾਹਿਬ ਸਾਡੇ ਫੋਟੋਗ੍ਰਾਫੀ ਕਰਨ ਲੱਗੇ ਆ। ਤੇ ਲੇਹ ਲਦਾਖ ਦਾ ਫੋਤੂਲਾ ਪਾਸ ਬਣਾ ਦਿਓ ਜੀ, ਇਹਨਾਂ ਦੀ ਫੋਟੋ ਖਿੱਚੋ। ਸਪਲੈਂਡਰ ਲੈ ਕੇ ਫਸਟ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਹਾਈਐਸਟ ਪਾਸ ਤੇ। 13,480 फीट दी हाइट ਤੇ ਆ ਫੋਟੂਲਾ ਟੌਪ। ठंडी हवाएं, विशाल पहाड़ और दूर दूर तक फैले लद्दाख के नज़ारे। यहाँ आकर ऐसा लगता है जैसे बादलों के बीच सफर कर रहे हों। अब हम फोतुला से लेह की ओर बढ़ रहे हैं। रास्ता जितना लंबा है उतना ही खूबसूरत भी। हर मोड़ पर पहाड़ों का रंग बदलता दिखाई देता है, कहीं सुनहरे, कहीं भूरे और कहीं लाल रंग की चट्टानें। यही लद्दाख की खासियत है। पहली नजर में यकीन करना मुश्किल हो जाता है कि यह धरती का हिस्सा है,
सफर आगे बढ़ता है और सिंधु नदी कई जगह हमारा साथ देती हुई दिखाई देती है। शांत बहता पानी और विशाल पहाड़, ये नजारा मन को एक अलग ही सुकून देता है। लद्दाख की सड़कों पर सफर करना सिर्फ मंजिल तक पहुंचना नहीं, बल्कि हर पल को जीना है। और अब धीरे धीरे हम अपने सपनों के शहर लेह के करीब पहुंच रहे हैं। ऊंचे पहाड़, ठंडी हवा और रोमांच से भरा यह सफर जिंदगी भर याद रहने वाला है। ਫਾਈਨਲੀ ਗਾਇਸ ਆਪਾਂ ਪੱਥਰ ਸਾਹਿਬ ਗੁਰਦੁਆਰਾ ਪਹੁੰਚ ਗਏ ਹਾਂ ਜੀ। ਇਹ ਲਦਾਖ ਦੇ ਵਿੱਚ ਹੈ ਜੀ। ਤੇ Do you hear? ਹੁਣ ਇੱਥੇ ਆਪਾਂ ਦਰਸ਼ਨ ਕਰਕੇ ਮੱਥਾ ਟੇਕ ਕੇ ਤੇ ਅੱਗੇ ਲੇਹ ਵੱਲ ਨੂੰ ਨਿਕਲਾਂਗੇ। लेह से लगभग 25 किलोमीटर दूर श्रीनगर लेह हाईवे पर स्थित यह गुरुद्वारा सिख समुदाय के सबसे श्रद्धेय स्थलों में से एक है। रास्ते में एक तरफ ऊंचे ऊंचे पहाड़, दूसरी तरफ बहती सिंधु नदी और बीच में शानदार सड़क। सफर का हर पल यादगार बन जाता है। कहा जाता है कि यहां गुरु नानक देव जी ने ध्यान लगाया था। स्थानीय कथा के अनुसार एक राक्षस ने गुरुजी को नुकसान पहुंचाने के लिए पहाड़ से एक विशाल पत्थर लुढ़काया, लेकिन जब वह पत्थर गुरुजी के पास पहुंचा तो मोम की तरह नरम हो गया और उस पर गुरुजी के शरीर की छाप बन गई। यही पवित्र पत्थर आज भी श्रद्धालुओं के दर्शन के लिए सुरक्षित रखा गया है। गुरुद्वारे का शांत वातावरण, लंगर सेवा और चारों तरफ फैली प्राकृतिक सुंदरता मन को गहरी शांति का अनुभव कराती है। कुछ जगहें सिर्फ घूमने के लिए नहीं होती, वो आत्मा को सुकून देने के लिए होती है। और गुरुद्वारा पत्थर साहिब ऐसी ही एक जगह है। अगर आप लेह लद्दाख की यात्रा पर आए तो इस पवित्र स्थल के दर्शन जरूर करें। मैं हूं आपका अपना गिल ब्रांड। ਅੱਜ ਦੀ ਰਾਈਡ ਸੀਗੀ ਆਪਣੀ ਬੈਂਕਾਕ ਦੀ। ਬਾਕੀ ਹੱਲੇ ਵੀ ਲਦਾਖ ਦੀ ਕਾਫੀ ਜਰਨੀ ਪਈ ਆ, ਉਹ ਕਵਰ ਕਰਾਂਗੇ। ਤੇ ਮਿਸ ਹੈਪਨਿੰਗ ਕਾਫੀ ਹੋ ਗਈ ਸੀ ਰਾਤੀ, ਕਾਫੀ ਸਿਹਤ ਵਗੈਰਾ ਖਰਾਬ ਹੋ ਗਈ ਸੀ ਉਹਦੇ ਕਰਕੇ। ਤੇ ਬਾਕੀ ਲਦਾਖ ਦਾ ਵਧੀਆ ਮੌਸਮ ਆ, ਮਗਰ ਇੱਥੇ ਹਰ ਕਿਸੇ ਨੂੰ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ। ਇਸ ਕਰਕੇ ਤੁਸੀਂ ਆਪਣਾ ਧਿਆਨ ਜ਼ਰੂਰ ਰੱਖਣਾ, ਠੀਕ ਆ ਨਾ। ਕਿਉਂਕਿ ਅਸੀਂ ਵੀ ਜਦੋਂ ਰਾਤ ਨੂੰ 2 ਤੋਂ 2:30 ਵਜੇ ਹਸਪੀਟਲ ਗਏ ਨਾ, ਪੂਰਾ ਰਸ਼ ਪਿਆ ਹੋਇਆ ਸੀ ਹਸਪੀਟਲ 'ਚ। ਹਰ ਕਿਸੇ ਨੂੰ ਆਕਸੀਜਨ ਦੀ ਪ੍ਰੋਬਲਮ ਇੱਥੇ ਆ ਰਹੀ ਸੀ। ਲਦਾਖ ਦਾ ਜਿਹੜਾ ਹਾਈਐਸਟ ਹੈਗਾ ਉਹ 11,000 ਫੁੱਟ ਉੱਪਰ ਹੈਗਾ ਵਾ, ਉਹਦੇ ਕਰਕੇ ਰਾਤ ਨੂੰ ਇਹਦਾ ਮਾਈਨਸ 'ਚ ਟੈਂਪਰੇਚਰ ਪਹੁੰਚ ਜਾਂਦਾ। ਇਸ ਕਰਕੇ ਥੋੜਾ ਹਰ ਕਿਸੇ ਨੂੰ ਆਕਸੀਜਨ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ। Do you hear? ਪਹਿਲਾਂ ਕੁਝ ਖਾ ਕੇ ਨਹੀਂ, એનર્ਜੀ ਨਹੀਂ ਹੈਗੀ। ਕਿਉਂ એનર્ਜੀ ਕਿੱਥੇ ਗਈ ਤੁਹਾਡੀ? એનર્ਜੀ ਮੋਟਰਸਾਈਕਲ ਖਾ ਕੇ। ਮੋਟਰਸਾਈਕਲ ਖਾ ਗਿਆ। ਓਏ ਹੋਏ, ਚੈੱਕ ਕਰੋ ਗਾਇਸ, ਕਿੰਨਾ ਸੋਹਣਾ ਸਟਰਕਚਰ ਬਣਿਆ। ਮੋਟਰਸਾਈਕਲ ਤੇ ਮੀਂਹ ਪੈ ਗਿਆ। ਕੀ ਹੋਇਆ? ਮੋਟਰਸਾਈਕਲ ਤੇ ਮੀਂਹ ਪੈ ਗਿਆ। ਹਾਂਜੀ ਹਾਂਜੀ ਹਾਂਜੀ, ਆ ਇਦਾਂ ਕਹੋ ਮਾੜਾ ਜਿਹਾ ਟੇਬਲ ਔਰ ਨੈਗੋਸ਼ੀਏਬਲ ਆ। 25 ਲੱਖ ਰੁਪਏ ਦਾ ਮੁੱਲ ਆ। ਅੱਜ ਤੁਹਾਡੇ ਲਈ ਕੈਫੇ ਜਾਈ ਵਧੀਆ ਇੱਕ ਕੈਫੇਟੇਰੀਆ ਲੈ ਕੇ ਆਏ ਆ ਵਿਦ ਕੁਰਸੀਆਂ ਤੇ ਨਾਲ ਆ ਤੁਹਾਨੂੰ ਬੰਦਾ ਫ੍ਰੀ। ਚਲੋ ਗਾਇਸ, ਬਹੁਤ ਗੱਲਾਂ ਬਾਤਾਂ ਹੋ ਗਈਆਂ, ਹੁਣ ਖਾ ਪੀ ਕੇ ਫਿਰ ਬਾਅਦ ਚ ਮਿਲਦੇ ਸਫਰ। ਬਾਏ ਬਾਏ। आज हम लेह से निकल पड़े हैं, दुनिया के सबसे ऊंचे मोटरेबल पासों में से एक चांगला पास की ओर। जैसे जैसे हम ऊंचाई की तरफ बढ़ रहे हैं, वैसे वैसे मौसम और नज़ारे दोनों बदलते जा रहे हैं। चारों तरफ बर्फ से ढके पहाड़, ठंडी हवाएं और बादलों के बीच से गुजरती ये शानदार सड़क, हर मोड़ किसी पोस्टकार्ड जैसा दिखाई देता है। करीब 17,500 फीट की ऊंचाई पर स्थित चांगला पास तक पहुंचना अपने आप में एक रोमांच है। फाइनली आई रीच्ड ਸਮੁੰਦਰ ਤਲ ਤੋਂ 17,688 ਸਕੁਅਰ ਫੀਟ ਤੇ ਚਾਂਗਲਾ ਦਾ ਪਾਸ। ਬਾਕੀ ਤੁਹਾਨੂੰ ਪੂਰਾ ਵਿਊ ਦਿਖਾਣੇ। ਇੱਧਰ ਮੰਦਿਰ ਬਾਜੀ ਚਾਂਗਲਾ ਬਾਬਾ ਜੀ ਦਾ, ਤੇ ਆਜੋ ਤੁਹਾਨੂੰ ਪ੍ਰੋਪਰ ਵਿਊ ਦਿਖਾਣੇ ਆ। ਹਲਕੀ ਹਲਕੀ ਸਨੋਫਾਲ ਹੋ ਰਹੀ ਆ, ਤੇ ਬਾਕੀ ਪਿੱਛੇ ਦੇਖ ਲਓ ਪ੍ਰੋਪਰ ਸਨੋ ਤੁਹਾਨੂੰ ਮਿਲੂਗੀ ਇੱਥੇ। ਤੇ ਡੇਟ ਹੈਗੀ ਜੀ ਅੱਜ Do you 3 ਜੂਨ 2026। ਆ ਜੋ ਇਧਰੋਂ ਵੀ ਤੁਹਾਨੂੰ ਇੱਕ ਵਾਰੀ ਵਿਊਜ਼ ਦਿਖਾ ਦਿੰਨੇ ਆ। ਆਈ ਲਵ ਚਾਂਗਲਾ। do you hear? ਤੇ ਬਾਕੀ ਇੱਥੇ ਹਲਕੀ ਹਲਕੀ ਸਨੋਫਾਲ ਚੱਲਦੀ ਰਹਿੰਦੀ ਆ। ਬਹੁਤ ਵਧੀਆ ਲੋਕੇਸ਼ਨ ਤੇ ਅੱਜ ਆਪਾਂ ਖੜੇ Do ਆ। you hear? ਸੌਰੀ 17,688। कुछ रास्ते मंजिल से ज्यादा खूबसूरत होते हैं और चांगला पास उन्हीं में से एक है। ऊंचाई बढ़ने के साथ हवा पतली हो जाती है, लेकिन सामने दिखने वाले नजारे सारी थकान भुला देते हैं और आखिरकार
हम पहुंच चुके हैं चांगला टॉप। यहां खड़े होकर ऐसा लगता है जैसे आसमान को छू लिया हो। लद्दाख सिर्फ एक जगह नहीं, ये एक एहसास है। आज हम चांगला पास की ऊंचाइयों से उतरते हुए बढ़ रहे हैं दुनिया की सबसे खूबसूरत झीलों में से एक पंगोंग त्सो की ओर। रास्ते भर बर्फ से ढके पहाड़, खुले मैदान और लद्दाख की अनोखी वादियां हमारा साथ दे रही हैं। Do you हर मोड़ पर बदलते नजारे ऐसा एहसास दिलाते हैं जैसे हम किसी दूसरी दुनिया में सफर कर रहे हों। लद्दाख की सड़कों पर हर किलोमीटर एक नई कहानी सुनाता है। जैसे जैसे हम पैंगोंग के करीब पहुंचते हैं, दिल की उत्सुकता और बढ़ती जाती है। और फिर अचानक दूर पहाड़ों के बीच नीले रंग की एक विशाल झील दिखाई देती है। यही है पैंगोंग लेक। नीले आसमान और ऊंचे पहाड़ों के बीच चमकता इसका पानी किसी सपने से कम नहीं लगता। कुछ नजारे कैमरे में कैद हो जाते हैं, लेकिन दिल में हमेशा के लिए बस जाते हैं। पैंगोंग की खूबसूरती भी कुछ ऐसी ही है। मैं हूं ਫਾਈਨਲੀ ਗਾਇਸ ਆਪਾਂ ਪਹੁੰਚ ਗਏ ਆ ਪੈਂਗੋਂਗ ਲੇਕ। ਦੇਖੋ ਬਲੂ ਪਾਣੀ ਇੱਥੇ ਤੇ ਬਾਕੀ ਇੱਥੇ 3 ਇਡੀਅਟਸ ਦੀ ਵੀ ਤੁਹਾਨੂੰ ਪਤਾ ਸ਼ੂਟਿੰਗ ਹੋਈ ਸੀਗੀ। ਇਹ ਲੇਹ ਲਦਾਖ ਦੀ ਬਹੁਤ ਫੇਮਸ ਪਲੇਸ ਆ ਤੇ ਤੁਸੀਂ ਆ ਜਾਓ, ਤੁਹਾਨੂੰ ਇੱਥੋਂ ਪ੍ਰੋਪਰ ਦਿਖਾਣੇ ਆ। do you ਸਾਰਾ ਇੱਥੇ ਤੁਹਾਨੂੰ ਬਲੂ ਪਾਣੀ ਮਿਲੂਗਾ ਕਿਉਂਕਿ ਚਾਈਨਾ ਦਾ ਬਾਰਡਰ ਨਾਲ ਲੱਗਦਾ ਇਹਦੇ। ਤੇ ਬਾਕੀ ਤੁਸੀਂ ਦੇਖ ਲਓ, ਬਹੁਤ ਸੋਹਣਾ ਵਿਊ ਹੈਗਾ। ਸਾਰੇ ਐਂਗਲਾਂ 'ਚ ਦੇਖੋ, ਹਰ ਤਰ੍ਹਾਂ ਦੇ ਇੱਥੇ ਤੁਹਾਨੂੰ ਪਹਾੜ ਮਿਲਨੇ ਆ। ਬਰਾਊਨ, ਡਾਰਕ ਲਾ, ਉਸ ਤੋਂ ਬਾਅਦ ਬਲੂ ਕਲਰ ਵੀ ਹੈਗਾ। ਤੇ ਆ ਜਾਓ ਥੋੜਾ ਕਲੋਜ਼ ਅਪ। ਲੋ ਜੀ, ਲੇਕ ਦੇ ਬਿਲਕੁਲ ਆਪਾਂ ਕੋਲ ਪਹੁੰਚ ਗਏ ਆ। do you ਆ ਜਾਓ, ਤੁਹਾਨੂੰ ਵੀ ਕਲੋਜ਼ ਅਪ ਦਿਖਾਉਂਦੇ ਆ। ਬਹੁਤ ਵਧੀਆ do you ਮਜ਼ਾ, ਇਹ environment ਬਹੁਤ, ਨੇਚਰ ਬਹੁਤ ਵਧੀਆ ਹੈਗਾ। ਪਾਣੀ ਵੀ ਠੀਕ ਆ, ਨਾਰਮਲ ਆ, ਬਰਫ਼ ਵੀ ਨਹੀਂ ਹੈਗੀ। ਬਾਕੀ ਤੁਹਾਨੂੰ ਪਤਾ ਬਰਫ਼ ਵੀ ਪਿਘਲਦੀ ਹੈ ਇੱਥੇ। ਤੇ ਹੁਣ ਤੁਹਾਨੂੰ ਇੱਕ ਆਪਾਂ ਬਲੂ ਵਾਲਾ ਪੁਆਇੰਟ ਤੇ ਵੀ ਦਿਖਾਵਾਂਗੇ ਜਾ ਕੇ। सामने फैली यह विशाल नीली झील, चारों तरफ ऊंचे ऊंचे पहाड़ और प्रकृति की अद्भुत शांति। ये नजारा शब्दों में बयान करना आसान नहीं है। करीब 134 किलोमीटर लंबी यह झील भारत और चीन के बीच फैली हुई है। पैंगोंग की सबसे खास बात है इसका बदलता रंग। कभी गहरा नीला, कभी हरा, तो कभी फिरोजी रंग। हर पल इसका रूप बदलता रहता है। कुछ जगहें तस्वीरों में खूबसूरत लगती हैं, लेकिन पैंगोंग वो जगह है जो असलियत में तस्वीरों से भी ज्यादा खूबसूरत है। हवा की ठंडक, लहरों की आवाज और चारों तरफ फैली खामोशी, ऐसा लगता है जैसे समय कुछ पल के लिए रुक गया हो। यही वह जगह है जहां बॉलीवुड की कई फिल्मों की शूटिंग हुई है, लेकिन असली स्टार तो यह झील खुद है। यहां आकर महसूस होता है कि प्रकृति से बड़ा कलाकार कोई नहीं। अगर लद्दाख दिल है तो पैंगोंग उसकी धड़कन है। आज का यह नजारा जिंदगी भर याद रहने वाला है। मैं हूं आपका अपना गिल ब्रांड व्लॉग्स। अगर वीडियो पसंद आए तो लाइक, शेयर और सब्सक्राइब जरूर करें। ਫਾਈਨਲੀ ਗਾਇਸ 1250 ਕਿਲੋਮੀਟਰ ਆਪਾਂ ਡਨ ਕਰ ਚੁੱਕੇ ਆ, ਜਿਹਦੇ ਵਿੱਚ ਆਪਾਂ ਸਾਰਾ ਕਵਰਡ ਕੀਤਾ। ਲੇਹ ਲਦਾਖ, ਪੈਂਗੋਂਗ, ਜੰਮੂ ਕਸ਼ਮੀਰ, ਕਾਰਗਿਲ, ਸਾਰਾ ਕੁਝ ਆਪਾਂ ਇਹਦੇ 'ਚ ਕਵਰ ਕਰ ਦਿੱਤਾ, ਕਾਰਗਿਲ ਵਗੈਰਾ। ਤੇ ਹੁਣ ਆਪਣਾ ਸਿੱਧਾ ਆਪਾਂ ਜਾ ਰਹੇ ਆ ਮਨਾਲੀ ਦੇ ਰੂਟ ਤੇ। ਬਾਕੀ ਜਿੱਥੇ ਤੱਕ ਆਪਣੇ ਕੋ ਟਰੈਵਲ ਕਰ ਸਕਦੇ ਆ ਉੱਥੇ ਤੱਕ ਹੀ ਕਰਾਂਗੇ, ਕਿਉਂਕਿ ਸਰੀਰ ਦੇ ਨਾਲ ਧੱਕਾ ਨਹੀਂ ਕਰਾਂਗੇ। ਫਿਰ ਆਪਾਂ ਇਸ ਟਾਈਮ ਸਿੱਧਾ ਮਨਾਲੀ ਦਾ ਰੂਟ ਪਹਿਲਾਂ ਕਰਾਂਗੇ। ਜਿੱਥੇ ਆਪਾਂ ਨੂੰ ਲੱਗੂਗਾ ਕਿ ਆਪਾਂ ਹੁਣ ਬੱਸ ਹੋ ਗਈ, ਉੱਥੇ ਆਪਾਂ ਰੁਕ ਜਾਵਾਂਗੇ। ਫਿਰ ਮਨਾਲੀ ਸਟੇ ਕਰਕੇ ਸਿੱਧਾ ਜਲੰਧਰ, ਤੇ ਅੱਗੇ ਮਨਾਲੀ ਦੇ ਆਉਣ ਵਾਲੇ ਰਸਤੇ ਵੀ ਤੁਹਾਨੂੰ ਦਿਖਾਵਾਂਗੇ ਸਾਰੇ। ਆਈ ਹੋਪ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ। ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ। ਇੰਸਟਾਗ੍ਰਾਮ ਤੇ ਜਾਓ, ਰੀਲਸ ਵੀ ਦੇਖਿਆ ਕਰੋ। ਰੀਲਸ ਬਹੁਤ ਸੋਹਣੀਆਂ ਸੋਹਣੀਆਂ ਆਪਾਂ ਪਾਉਂਦੇ ਆ। ਕਿ ਸਪਲੈਂਡਰ ਆਪਣਾ ਲੇ ਪੂਰਾ ਕਵਰ ਕਰ ਦਿੱਤਾ। ਤੇ ਹੁਣ ਆਪਾਂ ਇਸ ਟਾਈਮ ਖੜੇ ਹੋਏ ਆ ਹਿਕਿਮ। ਇਹ ਜਿਹੜਾ ਹਿਕਿਮ ਇੱਕ ਗਾਂਵ, ਇੱਕ ਪਿੰਡ ਆ ਪੈਂਗੋਂਗ ਤੋਂ ਜਿਹੜਾ ਲੋਕਲ ਆਂਦਾ ਵਾ, ਉਹ ਪਿੰਡ 'ਚ ਆਪਾਂ ਰੁਕੇ ਪਏ ਆ। ਤੇ ਹੁਣ ਆਪਾਂ ਜਾਵਾਂਗੇ ਮਨਾਲੀ। आज हम पहुंच चुके हैं लद्दाख के सबसे ऊंचे और रोमांचक दर्रों में से एक, do you तंगलंग ला पास। करीब 17,500 फीट से अधिक की ऊंचाई पर स्थित यह पास हर ट्रैवलर और राइडर का सपना होता है। do you यहां पहुंचते ही ठंडी हवाएं आपका स्वागत करती हैं और चारों तरफ दिखाई देते हैं बर्फीले पहाड़ और अनंत तक फैले लद्दाख के नजारे।
सांसें थोड़ी तेज चल सकती हैं, लेकिन सामने का दृश्य सारी थकान भुला देता है। कुछ ऊंचाइयां सिर्फ पहाड़ों की नहीं होती, वे आपके हौसलों की भी परीक्षा लेती हैं। तंगलंग ला तक पहुंचने का सफर आसान नहीं, लेकिन यहां खड़े होकर जो एहसास होता है वह शब्दों में बयान नहीं किया जा सकता। नीला आसमान, बर्फीली हवाएं और बादलों के बीच खड़े होने का रोमांच, यही है लद्दाख की असली पहचान। आज हम पहुंच चुके हैं हिमालय की ऊंचाइयों में बसे एक बेहद खूबसूरत और रोमांचक दर्रे बारालाचा ला पास पर। करीब 16,000 फीट की ऊंचाई पर स्थित यह पास लद्दाख और हिमाचल प्रदेश को जोड़ने वाले सबसे शानदार रास्तों में से एक है। चारों तरफ बर्फ से ढके पहाड़, तेज ठंडी हवाएं और दूर दूर तक फैली सफेद चोटियां। यह नजारा किसी स्वर्ग से कम नहीं लगता। यहां पहुंचकर एहसास होता है कि प्रकृति के सामने इंसान कितना छोटा है। बारालाचा ला सिर्फ एक पहाड़ी दर्रा नहीं, बल्कि रोमांच और खूबसूरती का संगम है। यहीं के आसपास से कई ग्लेशियरों का पानी निकलता है और हिमालय की गोद में नई कहानियां लिखता है। हर तरफ सिर्फ पहाड़, खामोशी और प्रकृति की आवाज। ऐसा सुकून शायद ही कहीं और मिले। कुछ रास्ते मंजिल तक पहुंचाते हैं, लेकिन कुछ रास्ते जिंदगी भर याद रह जाते हैं। बारालाचा ला उन्हीं यादगार जगहों में से एक है। आज इस ऊंचाई पर खड़े होकर दिल बस यही कहता है, लद्दाख और हिमालय को सिर्फ देखा नहीं जाता, उन्हें महसूस किया जाता है। लंबे और रोमांचक सफर के बाद हम पहुंच चुके हैं खूबसूरत मनाली में। चारों तरफ हरे भरे पहाड़, ठंडी हवाएं, बहती हुई ब्यास नदी और मन को सुकून देने वाले नजारे। ਬਹੁਤ ਸੋਹਣੀ ਤੇ ਕੰਪਲੀਟ ਰਾਈਡ ਹੋ ਚੁੱਕੀ ਸਾਡੀ ਜਲੰਧਰ ਤੋਂ ਲੇਹ ਲਦਾਖ ਦੀ ਤੇ ਬਹੁਤ ਮਜ਼ਾ ਆਇਆ ਤੇ ਕਾਫੀ ਇੰਜੋਇਮੈਂਟ ਰਹੀ। ਰਾਤੀ ਬਾਰਿਸ਼ ਵਗੈਰਾ ਕਾਫੀ ਰਹੀ। ਆ ਸੀਗਾ ਰੂਮ, ਹੋਟਲ ਆਪਣਾ। ਉਹਦੇ ਵਿਊ ਦੇਖੋ ਕਿੰਨਾ ਸੋਹਣਾ ਹੋਟਲ ਪੁਆਇੰਟ ਦਾ। ਆਈ ਹੋਪ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ। ਹੁਣ ਮਿਲਾਂਗੇ ਜੀ ਜਲੰਧਰ ਜਾ ਕੇ। ਬਾਏ ਬਾਏ, ਟੇਕ केयर, स्टे ट्यून्ड। यही है मनाली की असली खूबसूरती। पहाड़ सिर्फ ऊंचे नहीं होते, वो दिल को भी ऊंचा कर देते हैं। यहां का हर पल, हर नजरा और हर रास्ता एक नई याद बन जाता है। ਲੋ ਜੀ ਲੋ, ਸਫ਼ਰ ਹੋ ਗਿਆ ਜੀ ਕੰਪਲੀਟ ਤੇ ਆਪਣਾ ਜਿਹੜੀ ਲਦਾਖ ਦਾ ਸਫ਼ਰ ਸੀਗਾ ਉਹ ਬਿਲਕੁਲ ਸਫਲ ਹੋ ਗਿਆ ਵਾ ਤੇ ਐਕਸਪੀਰੀਅੰਸ ਵਧੀਆ ਰਿਹਾ ਵਾ। ਓਕੇ ਕਰ ਦੋ। 40 ਕਿਲੋਮੀਟਰ ਦਾ ਸਫ਼ਰ ਆ। ਹਰਨੂਰ ਭਾਈ ਭਾਜੀ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਇਹਨਾਂ ਦਾ ਪਹਿਲੀ ਵਾਰੀ ਸੀਗਾ ਲਦਾਖ ਦਾ। ਬਿਲਕੁਲ। ਤੇ ਸਾਡਾ ਜਿਹੜਾ ਕਿਲੋਮੀਟਰ 9,844 ਚੱਲ ਪਿਆ ਆ, ਬਹੁਤ ਵਧੀਆ। ਤੇ ਇਹਨੇ ਵੀ ਬਹੁਤ ਹਿੰਮਤ ਦਿਖਾਈ ਆ। ਤੇ ਬਾਕੀ ਠੀਕ ਆ, ਇਦਾਂ ਹੀ ਵਲੌਗ ਨੂੰ ਪਿਆਰ ਕਰਦੇ ਰਹੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਰਹਾਂਗੇ ਇੱਕ ਨਵੇਂ ਸਫ਼ਰਾਂ ਦੇ ਨਾਲ।